ਬੱਚਿਓ, ਅਸੀਂ ਪਹਿਲਾਂ ਪੜ੍ਹ ਚੁੱਕੇ ਹਾਂ ਕਿ ਜੌਨ ਡਾਲਟਨ ਨਾਮਕ ਵਿਗਿਆਨੀ ਨੇ ਆਪਣੀ ਡੈਲਟਨ ਐਟੋਮਿਕ ਥਿਊਰੀ ਵਿੱਚ ਕਿਹਾ ਸੀ ਕਿ ਪਰਮਾਣੂ ਨਾ ਵੰਡਣ ਯੋਗ ਸੂਖਤਮ ਕਣ ਹੁੰਦੇ ਹਨ। ਪਰ 1886 ਵਿੱਚ ਗੋਲਡਸਟਿਨ ਨੇ ਕੈਥੋਡ ਕਿਰਨਾਂ ਨੂੰ ਖੋਜਿਆ ਅਤੇ ਇਹਨਾਂ ਤੋਂ ਹੀ ਪ੍ਰੋਟੋਨ ਨਾਂ ਦੇ ਕਣਾਂ ਬਾਰੇ ਪਤਾ ਲੱਗਿਆ ਸੀ। ਉਹਨਾਂ ਨੇ ਇਹ ਵੀ ਦੱਸਿਆ ਕਿ ਪ੍ਰੋਟੋਨ ਦਾ ਪੁੰਜ ਇਲੈਕਟ੍ਰੋਨ ਨਾਲੋਂ 2000 ਗੁਣਾ ਵੱਧ ਹੁੰਦਾ ਹੈ। 19ਵੀਂ ਸਦੀ ਵਿੱਚ ਜੇ ਥਾਮਸਨ ਨੇ ਕੈਥੋਡ ਟਿਊਬ ਵਿੱਚ ਕਈ ਐਕਸਪੈਰੀਮੈਂਟਸ ਕੀਤੇ ਅਤੇ ਇਹ ਦੇਖਿਆ ਕਿ ਟਿਊਬ ਵਿੱਚ ਕਣ ਟਿਊਬ ਦੇ ਧਨਾਤਮਕ ਸਿਰੇ ਵੱਲ ਨੂੰ ਚੱਲਦੇ ਹਨ। ਇਸ ਦਾ ਭਾਵ ਹੈ ਕਿ ਕਣ ਲਾਜ਼ਮੀ ਤੌਰ 'ਤੇ ਰਿਣ ਚਾਰਜਿਤ ਹੋਣਗੇ। ਥਾਮਸਨ ਨੇ ਇਹਨਾਂ ਕਣਾਂ ਨੂੰ ਇਲੈਕਟ੍ਰੋਨ ਦਾ ਨਾਂ ਦਿੱਤਾ, ਜਿਨ੍ਹਾਂ ਦਾ ਪੁੰਜ ਪ੍ਰੋਟੋਨ ਦੇ ਮੁਕਾਬਲੇ ਲਗਭਗ 0 ਸੀ। ਇਹਨਾਂ ਸਾਰਿਆਂ ਐਕਸਪੈਰੀਮੈਂਟਸ ਤੋਂ ਵਿਗਿਆਨੀਆਂ ਨੇ ਇਹ ਮੰਨਿਆ ਕਿ ਪਰਮਾਣੂ ਵਿਭਾਜਿਤ ਹੁੰਦੇ ਹਨ ਅਤੇ ਪ੍ਰੋਟੋਨ ਔਰ ਇਲੈਕਟ੍ਰੋਨ ਦੇ ਬਣੇ ਹੁੰਦੇ ਹਨ। ਪਰ ਇਸ ਪ੍ਰਸ਼ਨ ਦਾ ਉੱਤਰ ਲੱਭਣਾ ਹਲੇ ਬਾਕੀ ਸੀ ਕਿ ਪ੍ਰੋਟੋਨ ਅਤੇ ਇਲੈਕਟ੍ਰੋਨ ਪਰਮਾਣੂ ਵਿੱਚ ਕਿਸ ਤਰ੍ਹਾਂ ਵਿਵਸਥਿਤ ਹੁੰਦੇ ਹਨ। ਇਹ ਉੱਤਰ ਲੱਭਣ ਲਈ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ, ਜਿਨ੍ਹਾਂ ਬਾਰੇ ਅਸੀਂ ਅੱਗੇ ਪੜ੍ਹਾਂਗੇ। ਜੇ ਥਾਮਸਨ ਨੇ ਪਰਮਾਣੂਆਂ ਦੀ ਬਣਤਰ ਨਾਲ ਸੰਬੰਧਿਤ ਇੱਕ ਮਾਡਲ ਪੇਸ਼ ਕੀਤਾ ਜੋ ਕ੍ਰਿਸਮਸ ਕੇਕ ਵਾਂਗ ਸੀ। ਇਹਨਾਂ ਦੇ ਅਨੁਸਾਰ ਪਰਮਾਣੂ ਇੱਕ ਧਨ ਚਾਰਜਿਤ ਗੋਲਾ ਸੀ, ਜਿਸ ਵਿੱਚ ਇਲੈਕਟ੍ਰੋਨ ਕ੍ਰਿਸਮਸ ਕੇਕ ਵਿੱਚ ਲੱਗੇ ਸੁੱਕੇ ਮੇਵਿਆਂ ਦੀ ਤਰ੍ਹਾਂ ਸਨ। ਥਾਮਸਨ ਨੇ ਆਪਣੇ ਇਸ ਮਾਡਲ ਤੋਂ ਸੁਝਾਅ ਦਿੱਤਾ ਕਿ ਪਰਮਾਣੂ ਧਨ ਚਾਰਜਿਤ ਗੋਲੇ ਦਾ ਬਣਿਆ ਹੁੰਦਾ ਹੈ ਅਤੇ ਰਿਣ ਚਾਰਜਿਤ ਇਲੈਕਟ੍ਰੋਨ ਉਸ ਵਿੱਚ ਖੁੱਭੇ ਹੁੰਦੇ ਹਨ। ਰਿਣਾਤਮਕ ਅਤੇ ਧਨਾਤਮਕ ਚਾਰਜ ਮਾਤਰਾ ਵਿੱਚ ਸਮਾਨ ਹੁੰਦੇ ਹਨ, ਇਸ ਲਈ ਪਰਮਾਣੂ ਬਿਜਲਈ ਰੂਪ ਵਿੱਚ ਉਦਾਸੀਨ ਹੁੰਦੇ ਹਨ। ਪਰ ਥਾਮਸਨ ਦੇ ਇਸ ਮਾਡਲ ਨਾਲ ਕੁਝ ਖਾਮੀਆਂ ਵੀ ਜੁੜੀਆਂ ਹੋਈਆਂ ਸਨ। ਥਾਮਸਨ ਪਰਮਾਣੂ ਦੀ ਸਥਿਰਤਾ ਨੂੰ ਨਹੀਂ ਸਮਝਾ ਸਕੇ, ਭਾਵ ਕਿਸ ਤਰ੍ਹਾਂ ਪਰਮਾਣੂ ਵਿਚਲਾ ਧਨਾਤਮਕ ਚਾਰਜ ਰਿਣਾਤਮਕ ਇਲੈਕਟ੍ਰੋਨ ਨੂੰ ਫੜ ਕੇ ਰੱਖਦਾ ਹੈ। ਇਹ ਮਾਡਲ ਪਰਮਾਣੂ ਵਿੱਚ ਨਿਊਕਲੀਅਸ ਦੀ ਸਥਿਤੀ ਨੂੰ ਸਮਝਾਉਣ ਵਿੱਚ ਵੀ ਅਸਮਰਥ ਸੀ। ਅਰਨੈਸਟ ਰਦਰਫੋਰਡ ਇਹ ਜਾਣਨ ਦੇ ਇੱਛੁਕ ਸਨ ਕਿ ਇਲੈਕਟ੍ਰੋਨ ਪਰਮਾਣੂ ਦੇ ਅੰਦਰ ਕਿਵੇਂ ਵਿਵਸਥਿਤ ਹਨ। ਇਸ ਲਈ ਉਹਨਾਂ ਨੇ ਐਲਫਾ ਕਣ ਖਿਡਾਊ ਐਲਫਾ ਕਣਾਂ ਦੇ ਸਰੋਤ ਨੂੰ ਇੱਕ ਲੈਡ ਦੇ ਡੱਬੇ ਵਿੱਚ ਰੱਖਿਆ, ਜਿਸ ਵਿੱਚ ਇੱਕ ਛੋਟਾ ਜਿਹਾ ਛੇਕ ਸੀ। ਇਹ ਛੇਕ ਇਹ ਸੁਨਿਸ਼ਚਿਤ ਕਰਦਾ ਸੀ ਕਿ ਡੱਬੇ ਵਿੱਚੋਂ ਕੇਵਲ ਐਲਫਾ ਕਣ ਹੀ ਨਿਕਲਣ। ਐਲਫਾ ਕਣ ਇਸ ਪ੍ਰਯੋਗ ਲਈ ਇਸ ਲਈ ਚੁਣੇ ਗਏ ਕਿਉਂਕਿ ਇਹ ਕਣ ਵੱਧ ਊਰਜਾ ਵਾਲੇ ਅਤੇ ਭਾਰੇ ਹੁੰਦੇ ਹਨ, ਜੋ ਆਸਾਨੀ ਨਾਲ ਕ੍ਰਿਸਮਸ ਕੇਕ ਵਰਗੇ ਪਰਮਾਣੂ ਵਿੱਚੋਂ ਸਿੱਧੇ ਲੰਘ ਸਕਦੇ ਹਨ। ਇਸ ਪ੍ਰਯੋਗ ਵਿੱਚ ਤੇਜ਼ ਗਤੀ ਵਿੱਚ ਚੱਲ ਰਹੇ ਧਨ ਚਾਰਜਿਤ ਐਲਫਾ ਕਣਾਂ ਨੂੰ ਸੋਨੇ ਦੀ ਪੱਤੀ ਤੇ ਟਕਰਾਇਆ ਗਿਆ। ਸੋਨੇ ਦੀ ਪੱਤੀ ਨੂੰ ਇੱਕ ਗੋਲ ਫਲੋਰਸੈਂਟ ਰਿੰਗ ਵਿੱਚ ਰੱਖਿਆ ਗਿਆ, ਜਿਸ ਉੱਤੇ ਜਦੋਂ ਵੀ ਕੋਈ ਐਲਫਾ ਕਣ ਟਕਰਾਉਂਦਾ ਤਾਂ ਇਹ ਰਿੰਗ ਚਮਕਦੀ ਸੀ। ਸੋ ਇਸ ਤਰ੍ਹਾਂ ਐਲਫਾ ਕਣ ਖਿੰਡਾਊ ਪ੍ਰਯੋਗ ਦੀ ਸਾਰੀ ਵਿਵਸਥਾ ਬਣਾਈ ਗਈ। ਇਹ ਅੰਦਾਜ਼ਾ ਸੀ ਕਿ ਐਲਫਾ ਕਣ ਸੋਨੇ ਦੇ ਪਰਮਾਣੂਆਂ ਵਿੱਚ ਮੌਜੂਦ ਅਣਪਰਮਾਣੁਕ ਕਣਾਂ ਦੁਆਰਾ ਵਿਖੇਪਿਤ ਹੋਣਗੇ। ਰਦਰਫੋਰਡ ਦੇ ਪ੍ਰਯੋਗ ਤੋਂ ਇਹ ਦੇਖਣ ਨੂੰ ਮਿਲਿਆ ਕਿ ਤੇਜ਼ ਗਤੀ ਨਾਲ ਚੱਲ ਰਹੇ ਵਧੇਰੇ ਐਲਫਾ ਕਣ
ਸੋਨੇ ਦੀ ਪੱਤੀ ਵਿੱਚੋਂ ਸਿੱਧੇ ਨਿਕਲ ਗਏ। ਕੁਝ ਐਲਫਾ ਕਣ ਪੱਤੀ ਦੇ ਦੁਆਰਾ ਬਹੁਤ ਛੋਟੇ-ਛੋਟੇ ਕਣਾਂ ਨਾਲ ਵਿਖੇਪਿਤ ਹੋਏ ਅਤੇ ਬਹੁਤ ਥੋੜੇ ਕਣ ਵਾਪਸ ਆ ਗਏ। ਐਲਫਾ ਕਣ ਖੰਡਾਈ ਪ੍ਰਯੋਗ ਦੇ ਆਧਾਰ ਤੇ ਰਦਰਫੋਰਡ ਨੇ ਇਹ ਸਿੱਟੇ ਕੱਢੇ ਕਿ ਪਰਮਾਣੂ ਦੇ ਅੰਦਰ ਦਾ ਵਧੇਰੇ ਭਾਗ ਖਾਲੀ ਹੈ, ਕਿਉਂਕਿ ਵਧੇਰੇ ਐਲਫਾ ਕਣ ਬਿਨਾਂ ਮੁੜੇ ਹੋਏ ਸੋਨੇ ਦੀ ਪੱਤੀ ਤੋਂ ਬਾਹਰ ਨਿਕਲ ਜਾਂਦੇ ਹਨ। ਬਹੁਤ ਘੱਟ ਐਲਫਾ ਕਣ ਆਪਣੇ ਮਾਰਗ ਤੋਂ ਮੁੜੇ ਹੁੰਦੇ ਹਨ, ਜਿਸ ਤੋਂ ਇਹ ਪਤਾ ਲੱਗਦਾ ਹੈ ਕਿ ਪਰਮਾਣੂ ਵਿੱਚ ਧਨ ਚਾਰਜਿਤ ਭਾਗ ਬਹੁਤ ਘੱਟ ਹੈ। ਬਹੁਤ ਘੱਟ ਐਲਫਾ ਕਣ ਵਾਪਸ ਮੁੜੇ, ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਇਹਨਾਂ ਧਨ ਚਾਰਜਿਤ ਕਣਾਂ ਨੇ ਸਿੱਧਾ ਹੀ ਧਨ ਚਾਰਜਿਤ ਗੋਲੇ ਨੂੰ ਹਿੱਟ ਕੀਤਾ। ਪਰ ਕਿਉਂਕਿ ਇਹ ਵਾਪਸ ਮੁੜੇ ਕਣ ਬਹੁਤ ਘੱਟ ਸਨ, ਇਸ ਦਾ ਮਤਲਬ ਪਰਮਾਣੂ ਵਿੱਚ ਧਨ ਚਾਰਜਿਤ ਭਾਗ ਵੀ ਬਹੁਤ ਘੱਟ ਹੈ। ਇਹਨਾਂ ਸਾਰੇ ਸਿੱਟਿਆਂ ਤੋਂ ਰਦਰਫੋਰਡ ਨੇ ਆਪਣਾ ਪਰਮਾਣੂ ਮਾਡਲ ਪੇਸ਼ ਕੀਤਾ, ਜਿਸ ਦੇ ਲੱਛਣ ਕੁਝ ਇਸ ਤਰ੍ਹਾਂ ਸਨ। ਪਰਮਾਣੂ ਦਾ ਕੇਂਦਰ ਧਨ ਚਾਰਜਿਤ ਹੁੰਦਾ ਹੈ, ਜਿਸ ਨੂੰ ਨਾਭਿਕ ਜਾਂ ਨਿਊਕਲੀਅਸ ਕਿਹਾ ਜਾਂਦਾ ਹੈ। ਇੱਕ ਪਰਮਾਣੂ ਦਾ ਲਗਭਗ ਸਾਰਾ ਪੁੰਜ ਨਾਭਿਕ ਵਿੱਚ ਹੁੰਦਾ ਹੈ। ਇਲੈਕਟ੍ਰੋਨ ਨਾਭਿਕ ਦੇ ਆਲੇ ਦੁਆਲੇ ਅਤੇ ਨਿਸ਼ਚਿਤ ਆਰਬਿਟ ਵਿੱਚ ਚੱਕਰ ਲਾਉਂਦੇ ਹਨ। ਨਾਭਿਕ ਦਾ ਆਕਾਰ ਪਰਮਾਣੂ ਦੇ ਆਕਾਰ ਦੀ ਤੁਲਨਾ ਵਿੱਚ ਕਾਫੀ ਘੱਟ ਹੁੰਦਾ ਹੈ। ਬੱਚਿਓ, ਰਦਰਫੋਰਡ ਦੇ ਪਰਮਾਣੂ ਮਾਡਲ ਵਿੱਚ ਕੁਝ ਖਾਮੀਆਂ ਵੀ ਸਨ। ਜਿਵੇਂ ਰਦਰਫੋਰਡ ਨੇ ਦੱਸਿਆ, ਇਲੈਕਟ੍ਰੋਨ ਧਨ ਚਾਰਜਿਤ ਨਾਭਿਕ ਦੇ ਆਲੇ ਦੁਆਲੇ ਆਰਬਿਟਾਂ ਵਿੱਚ ਘੁੰਮਦੇ ਹਨ, ਤਾਂ ਇਸ ਦਾ ਮਤਲਬ ਕਿ ਇਲੈਕਟ੍ਰੋਨ ਦੇ ਪ੍ਰਵੇਗ ਦੇ ਦੌਰਾਨ ਊਰਜਾ ਦਾ ਵਿਕਰਨ ਹੋਵੇਗਾ ਅਤੇ ਅੰਤ ਵਿੱਚ ਊਰਜਾ ਦੇ ਖਤਮ ਹੋਣ ਨਾਲ ਇਲੈਕਟ੍ਰੋਨ ਨਾਭਿਕ ਨਾਲ ਟਕਰਾ ਜਾਵੇਗਾ। ਜੇ ਅਜਿਹਾ ਹੁੰਦਾ ਹੈ ਤਾਂ ਪਰਮਾਣੂ ਅਸਥਿਰ ਹੁੰਦਾ ਹੈ, ਜਦੋਂ ਕਿ ਅਸੀਂ ਸਾਰੇ ਜਾਣਦੇ ਹਾਂ ਪਰਮਾਣੂ ਸਥਾਈ ਹੁੰਦੇ ਹਨ। ਇਹਨਾਂ ਖਾਮੀਆਂ ਨੂੰ ਕਿਵੇਂ ਦੂਰ ਕੀਤਾ ਗਿਆ, ਇਹ ਅਸੀਂ ਅੱਗੇ ਪੜਾਂਗੇ। ਬੱਚਿਓ, ਰਦਰਫੋਰਡ ਦੇ ਮਾਡਲ ਦੀਆਂ ਖਾਮੀਆਂ ਨੂੰ ਦੂਰ ਕਰਨ ਲਈ ਬੋਹਰ ਨੇ ਪਰਮਾਣੂ ਦੀ ਬਣਤਰ ਬਾਰੇ ਕੁਝ ਸੋਧਾਂ ਪੇਸ਼ ਕੀਤੀਆਂ। ਉਹਨਾਂ ਨੇ ਕਿਹਾ ਕਿ ਇਲੈਕਟ੍ਰੋਨ ਕੇਵਲ ਕੁਝ ਨਿਸ਼ਚਿਤ ਆਰਬਿਟਾਂ ਵਿੱਚ ਹੀ ਚੱਕਰ ਲਗਾ ਸਕਦੇ ਹਨ, ਜਿਨ੍ਹਾਂ ਨੂੰ ਇਲੈਕਟ੍ਰੋਨ ਦੇ ਵਿਸ਼ੇਸ਼ ਪਥ ਕਹਿੰਦੇ ਹਨ। ਜਦੋਂ ਇਲੈਕਟ੍ਰੋਨ ਇਸ ਵਿਸ਼ੇਸ਼ ਪਥ ਵਿੱਚ ਚੱਕਰ ਲਾਉਂਦੇ ਹਨ ਤਾਂ ਉਹਨਾਂ ਦੀ ਊਰਜਾ ਦਾ ਵਿਕਰਨ ਨਹੀਂ ਹੁੰਦਾ। ਇਸ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਪਰਮਾਣੂ ਅਸਲ ਵਿੱਚ ਸਥਾਈ ਹੀ ਹੁੰਦੇ ਹਨ। ਪਰ ਇਲੈਕਟ੍ਰੋਨ ਦੇ ਇਹ ਵਿਸ਼ੇਸ਼ ਪਥ ਕੀ ਹੁੰਦੇ ਹਨ? ਕੀ ਤੁਸੀਂ ਸਾਡੇ ਸੋਲਰ ਸਿਸਟਮ ਬਾਰੇ ਜਾਣਦੇ ਹੋ? ਇਸ ਵਿੱਚ ਵਿਚਕਾਰ ਵਿੱਚ ਸੂਰਜ ਸਥਿਤ ਹੁੰਦਾ ਹੈ, ਜੋ ਆਪਣੀ ਜਗ੍ਹਾ ਨਹੀਂ ਬਦਲਦਾ। ਬਾਕੀ ਦੇ ਗ੍ਰਹਿ ਸੂਰਜ ਦੇ ਆਲੇ ਦੁਆਲੇ ਨਿਸ਼ਚਿਤ ਪਥਾਂ ਵਿੱਚ ਗਤੀ ਕਰਦੇ ਹਨ। ਪਰਮਾਣੂ ਦੇ ਅੰਦਰ ਕਣ ਵੀ ਕੁਝ ਇਸੇ ਤਰ੍ਹਾਂ ਵਿਵਸਥਿਤ ਹਨ। ਨਾਭਿਕ ਸੂਰਜ ਦੀ ਤਰ੍ਹਾਂ ਕੇਂਦਰ ਵਿੱਚ ਮੌਜੂਦ ਹੈ ਅਤੇ ਇਲੈਕਟ੍ਰੋਨ ਗ੍ਰਹਿਾਂ ਦੀ ਤਰ੍ਹਾਂ ਨਿਸ਼ਚਿਤ ਆਰਬਿਟਾਂ ਵਿੱਚ ਨਾਭਿਕ ਦੇ ਆਲੇ ਦੁਆਲੇ ਘੁੰਮਦੇ ਹਨ। ਇਹਨਾਂ ਆਰਬਿਟਾਂ ਨੂੰ ਊਰਜਾ ਪੱਧਰ ਕਹਿੰਦੇ ਹਨ। ਹਰੇਕ ਊਰਜਾ ਪੱਧਰ ਕੋਲ ਆਪਣੀ ਇੱਕ ਨਿਸ਼ਚਿਤ ਊਰਜਾ ਹੁੰਦੀ ਹੈ ਅਤੇ ਇਸ ਊਰਜਾ ਦਾ ਕਿਸੇ ਰੂਪ ਵਿੱਚ ਵੀ ਵਿਕਰਨ ਨਹੀਂ ਹੁੰਦਾ। ਇਲੈਕਟ੍ਰੋਨ ਦੀ ਸਥਿਤੀ ਦੱਸਣ ਲਈ ਊਰਜਾ ਪੱਧਰਾਂ ਨੂੰ ਨਾਮ ਦਿੱਤੇ ਗਏ ਹਨ। ਨਾਭਿਕ ਤੋਂ ਸ਼ੁਰੂ ਹੁੰਦੇ ਹੋਏ ਪੱਧਰਾਂ ਨੂੰ K, L, M, N ਪੱਧਰ ਕਿਹਾ ਜਾਂਦਾ ਹੈ। ਇਹਨਾਂ ਪੱਧਰਾਂ ਨੂੰ ਸੰਖਿਆਵਾਂ ਰਾਹੀਂ ਵੀ ਦਰਸਾਇਆ ਜਾ ਸਕਦਾ ਹੈ।
ਜਿਵੇਂ K ਪੱਧਰ ਲਈ n equal to 1, L ਪੱਧਰ ਲਈ n equals to 2, M ਲਈ n equals to 3 ਅਤੇ n ਲਈ n equals to 4 ਆਦਿ। ਇੱਥੇ n ਊਰਜਾ ਪੱਧਰ ਦਾ ਨੰਬਰ ਹੈ। ਇਸ ਲਈ ਬੱਚਿਓ, ਹੁਣ ਤੱਕ ਅਸੀਂ ਸਿੱਖਿਆ ਕਿ ਪਰਮਾਣੂ ਵਿੱਚ ਦੋ ਕਣ, ਇਲੈਕਟ੍ਰੋਨ ਅਤੇ ਪ੍ਰੋਟੋਨ ਹੁੰਦੇ ਹਨ। ਪ੍ਰੋਟੋਨ ਦਾ ਸਾਰਾ ਪੁੰਜ ਪਰਮਾਣੂ ਦੇ ਕੇਂਦਰ ਵਿੱਚ ਹੁੰਦਾ ਹੈ, ਜਿਸ ਨੂੰ ਨਾਭਿਕ ਕਿਹਾ ਜਾਂਦਾ ਹੈ, ਅਤੇ ਇਲੈਕਟ੍ਰੋਨ ਨਾਭਿਕ ਦੇ ਆਸ-ਪਾਸ ਊਰਜਾ ਪੱਧਰਾਂ ਵਿੱਚ ਘੁੰਮਦੇ ਹਨ। ਪਰ ਬੱਚਿਓ, ਸਿਰਫ ਇੰਨਾ ਨਹੀਂ, ਇਲੈਕਟ੍ਰੋਨ ਅਤੇ ਪ੍ਰੋਟੋਨ ਤੋਂ ਇਲਾਵਾ ਇੱਕ ਹੋਰ ਪਰਮਾਣੂ ਕਣ ਵੀ ਮੌਜੂਦ ਹੁੰਦਾ ਹੈ। ਇਸ ਦਾ ਪਤਾ 1932 ਵਿੱਚ ਜੇ ਚੈਡਵਿਕ ਨੇ ਕੀਤਾ। ਇਸ ਕਣ ਦਾ ਪੁੰਜ ਪ੍ਰੋਟੋਨ ਦੇ ਬਰਾਬਰ ਸੀ ਅਤੇ ਇਸ ਦਾ ਕੋਈ ਚਾਰਜ ਨਹੀਂ ਸੀ। ਇਹ ਸੀ ਨਿਊਟਰੋਨ। ਹੁਣ ਸਾਡੇ ਕੋਲ ਪਰਮਾਣੂ ਦਾ ਪੂਰਾ ਆਕਾਰ ਅਤੇ ਬਣਤਰ ਮੌਜੂਦ ਹੈ, ਜੋ ਇਸ ਤਰ੍ਹਾਂ ਹੈ। ਬੱਚਿਓ, ਪਰਮਾਣੂ ਦੀ ਸੰਰਚਨਾ ਨੂੰ ਵਧੇਰੇ ਸਮਝਣ ਲਈ ਆਓ ਪਹਿਲਾਂ ਦੋ ਸਰਲ ਪਰਮਾਣੂਆਂ ਹਾਈਡਰੋਜਨ ਅਤੇ ਹੀਲੀਅਮ ਦੀ ਗੱਲ ਕਰੀਏ। ਹਾਈਡਰੋਜਨ ਅਤੇ ਹੀਲੀਅਮ ਵਿੱਚ ਇਲੈਕਟ੍ਰੋਨ ਸੰਖਿਆ ਅਤੇ ਆਕਾਰ ਵਿੱਚ ਅੰਤਰ ਹੋਣ ਦੇ ਨਾਲ-ਨਾਲ ਇੱਕ ਹੋਰ ਮਹੱਤਵਪੂਰਨ ਅੰਤਰ ਹੈ। ਕੀ ਤੁਸੀਂ ਦੱਸ ਸਕਦੇ ਹੋ ਕਿ ਉਹ ਅੰਤਰ ਕੀ ਹੈ? ਉਹ ਇਹ ਹੈ ਕਿ ਹਾਈਡਰੋਜਨ ਬਹੁਤ ਸਾਰੇ ਤੱਤਾਂ ਨਾਲ ਆਸਾਨੀ ਨਾਲ ਕਿਰਿਆਵਾਂ ਕਰਦਾ ਹੈ, ਪਰ ਇਸ ਦੇ ਉਲਟ ਹੀਲੀਅਮ ਪੂਰਨ ਤੌਰ ਤੇ ਅਕਿਰਿਆਸ਼ੀਲ ਹੈ। ਪਰ ਬੱਚਿਓ, ਇਸ ਤਰ੍ਹਾਂ ਕਿਉਂ? ਹੀਲੀਅਮ ਵਾਂਗ ਆਰਗਨ, ਨਿਓਨ ਵੀ ਰਸਾਇਣਿਕ ਕਿਰਿਆਵਾਂ ਵਿੱਚ ਹਿੱਸਾ ਕਿਉਂ ਨਹੀਂ ਲੈਂਦੇ? ਇਸ ਦੇ ਨਾਲ ਹੀ ਇਹ ਪ੍ਰਸ਼ਨ ਵੀ ਉੱਠਦਾ ਹੈ ਕਿ ਜੇਕਰ ਦੋ ਤੱਤ ਆਪਸ ਵਿੱਚ ਕਿਰਿਆ ਕਰਦੇ ਹਨ ਤਾਂ ਉਹ ਕੀ ਚੀਜ਼ ਹੈ ਜੋ ਇਸ ਕਿਰਿਆ ਨੂੰ ਸੰਭਵ ਬਣਾਉਂਦੀ ਹੈ? ਬੱਚਿਓ, ਇਹਨਾਂ ਸਭ ਪ੍ਰਸ਼ਨਾਂ ਦਾ ਉੱਤਰ ਹੈ ਸੰਯੋਜਕਤਾ ਜਾਂ ਵੈਲੈਂਸੀ। ਸੰਯੋਜਕਤਾ ਨੂੰ ਸਮਝਣ ਤੋਂ ਪਹਿਲਾਂ ਆਓ ਇਲੈਕਟ੍ਰੋਨਿਕ ਵਿਵਸਥਾ ਦੀ ਗੱਲ ਕਰੀਏ। ਇਲੈਕਟ੍ਰੋਨਿਕ ਵਿਵਸਥਾ ਦਾ ਭਾਵ ਇਲੈਕਟ੍ਰੋਨਸ ਦੀ ਪਰਮਾਣੂ ਦੇ ਸ਼ੈੱਲਾਂ ਅੰਦਰ ਅਰੇਂਜਮੈਂਟ ਤੋਂ ਹੈ। ਬੱਚਿਓ, ਬੋਹਰ-ਬਰੀ ਨਿਯਮ ਯਾਦ ਕਰੋ। ਇਸ ਵਿੱਚ ਅਸੀਂ ਸਿੱਖਿਆ ਕਿ ਸਭ ਤੋਂ ਪਹਿਲੇ ਸ਼ੈੱਲ ਵਿੱਚ 2 ਇਲੈਕਟ੍ਰੋਨ ਹੁੰਦੇ ਹਨ ਅਤੇ ਸਭ ਤੋਂ ਬਾਹਰੀ ਸ਼ੈੱਲ ਵਿੱਚ ਵੱਧ ਤੋਂ ਵੱਧ 8 ਇਲੈਕਟ੍ਰੋਨ ਰੱਖੇ ਜਾ ਸਕਦੇ ਹਨ। 8 ਇਲੈਕਟ੍ਰੋਨ ਵਾਲੇ ਸਭ ਤੋਂ ਬਾਹਰੀ ਸ਼ੈੱਲ ਨੂੰ ਅਸ਼ਟਕ ਵੀ ਕਿਹਾ ਜਾਂਦਾ ਹੈ। ਇੱਥੇ ਇਹ ਯਾਦ ਰੱਖਣ ਯੋਗ ਹੈ ਕਿ ਅਸ਼ਟਕ ਪੱਧਰ ਸਥਿਰ ਪੱਧਰ ਮੰਨਿਆ ਜਾਂਦਾ ਹੈ। ਆਓ ਇਸ ਨੂੰ ਇੱਕ ਉਦਾਹਰਣ ਰਾਹੀਂ ਸਮਝੀਏ। ਸਾਰੇ ਬੱਚਿਆਂ ਨੂੰ ਟੌਫੀਜ਼ ਬਹੁਤ ਪਸੰਦ ਹੁੰਦੀਆਂ ਹਨ। ਮੰਨ ਲਓ ਤੁਹਾਡੇ ਸਾਹਮਣੇ ਟੌਫੀਜ਼ ਦਾ ਇੱਕ ਬੈਗ ਪਿਆ ਹੈ ਅਤੇ ਤੁਹਾਨੂੰ ਕਿਹਾ ਜਾਂਦਾ ਹੈ ਕਿ ਤੁਸੀਂ ਜਿੰਨੀਆਂ ਚਾਹੋ ਟੌਫੀਜ਼ ਲੈ ਲਓ। ਤੁਸੀਂ ਇੱਕ ਵਾਰ ਵਿੱਚ ਇੱਕ ਹੱਥ ਨਾਲ ਕਿੰਨੀਆਂ ਟੌਫੀਜ਼ ਚੁੱਕ ਸਕਦੇ ਹੋ? ਜਿੰਨੀਆਂ ਤੁਹਾਡੀ ਮੁੱਠੀ ਵਿੱਚ ਆ ਸਕਦੀਆਂ ਹਨ। ਇਸੇ ਤਰ੍ਹਾਂ ਬੱਚਿਓ, ਇਲੈਕਟ੍ਰੋਨ ਪੱਧਰ ਜਾਂ ਸ਼ੈੱਲ ਵੀ ਓਨੇ ਹੀ ਇਲੈਕਟ੍ਰੋਨ ਲੈ ਸਕਦੇ ਹਨ ਜਿੰਨੀ ਉਹਨਾਂ ਦੀ ਕਪੈਸਿਟੀ ਹੈ। ਇਸ ਲਈ ਹਾਈਡਰੋਜਨ ਅਤੇ ਹੀਲੀਅਮ ਦੇ ਕੇਸ ਵਿੱਚ ਵੀ ਕੇਵਲ ਇੱਕੋ ਸ਼ੈੱਲ ਹੈ ਜਿਸ ਦੀ 2 ਇਲੈਕਟ੍ਰੋਨ ਲੈਣ ਦੀ ਯੋਗਤਾ ਹੈ। ਭਾਵ 2 ਇਲੈਕਟ੍ਰੋਨ ਲੈ ਕੇ ਹਾਈਡਰੋਜਨ ਅਤੇ ਹੀਲੀਅਮ ਸਟੇਬਲ ਹੋ ਜਾਂਦੇ ਹਨ। ਇਸੇ ਤਰ੍ਹਾਂ ਹੋਰ ਤੱਤ ਵੀ ਆਪਣੀ ਬਾਹਰੀ ਸ਼ੈੱਲ ਵਿੱਚ 8 ਇਲੈਕਟ੍ਰੋਨ ਲੈ ਕੇ ਸਟੇਬਲ ਜਾਂ ਅਸ਼ਟਕ ਪੱਧਰ ਪ੍ਰਾਪਤ ਕਰ ਸਕਦੇ ਹਨ। ਜਿਨ੍ਹਾਂ ਤੱਤਾਂ ਵਿੱਚ ਬਾਹਰੀ ਸ਼ੈੱਲ ਵਿੱਚ 8 ਇਲੈਕਟ੍ਰੋਨ ਦੀ ਪੂਰਤੀ ਨਹੀਂ ਹੁੰਦੀ, ਉਹ ਅਸਥਿਰ ਹੁੰਦੇ ਹਨ। ਆਓ ਆਕਸੀਜਨ ਦੀ ਉਦਾਹਰਣ ਲਈਏ। ਆਕਸੀਜਨ ਕੋਲ ਕੁੱਲ 8 ਇਲੈਕਟ੍ਰੋਨ ਹਨ। ਇਸ ਦੀ ਰਚਨਾ ਕੁਝ ਇਸ ਤਰ੍ਹਾਂ ਹੋਵੇਗੀ। ਅਸੀਂ ਦੇਖ ਸਕਦੇ ਹਾਂ
ਕਿ ਆਕਸੀਜਨ ਦੀ ਬਾਹਰੀ ਸ਼ੈੱਲ ਵਿੱਚ ਸਿਰਫ 6 ਇਲੈਕਟ੍ਰੋਨ ਹਨ ਅਤੇ ਉਹ ਸਟੇਬਲ ਨਹੀਂ ਹੈ। ਇਸ ਲਈ ਆਕਸੀਜਨ ਦੋ ਕੰਮ ਕਰ ਸਕਦਾ ਹੈ। ਜਾਂ ਤਾਂ ਉਹ 6 ਇਲੈਕਟ੍ਰੋਨ ਬਾਹਰ ਦੇ ਕੇ ਇੱਕ ਸ਼ੈੱਲ ਵਿੱਚ 2 ਇਲੈਕਟ੍ਰੋਨ ਰੱਖ ਲਵੇ ਅਤੇ ਸਥਿਰ ਹੋ ਜਾਵੇ, ਜਾਂ ਫਿਰ ਬਾਹਰੋਂ 2 ਇਲੈਕਟ੍ਰੋਨ ਲੈ ਲਵੇ ਅਤੇ ਬਾਹਰੀ ਸ਼ੈੱਲ ਵਿੱਚ 8 ਇਲੈਕਟ੍ਰੋਨ ਪੂਰੇ ਕਰਕੇ ਅਸ਼ਟਕ ਬਣ ਜਾਵੇ। ਬੱਚਿਓ, ਰਸਾਇਣਿਕ ਕਿਰਿਆਵਾਂ ਵੀ ਇਸੇ ਤਰ੍ਹਾਂ ਇਲੈਕਟ੍ਰੋਨ ਦੀ ਸਾਂਝ ਨਾਲ ਹੀ ਹੁੰਦੀਆਂ ਹਨ। ਇਲੈਕਟ੍ਰੋਨਸ ਦੀ ਇਹ ਸਾਂਝ ਸੰਯੋਜਕਤਾ ਤੈਅ ਕਰਦੀ ਹੈ। ਪਰਮਾਣੂ ਦੇ ਸਭ ਤੋਂ ਬਾਹਰੀ ਸ਼ੈੱਲ ਵਿੱਚ ਇਲੈਕਟ੍ਰੋਨ ਦੇ ਅਸ਼ਟਕ ਬਣਾਉਣ ਦੇ ਲਈ ਜਿੰਨੀ ਸੰਖਿਆ ਵਿੱਚ ਇਲੈਕਟ੍ਰੋਨ ਦੀ ਸਾਂਝੇਦਾਰੀ ਜਾਂ ਸਥਾਨਾਂਤਰਣ ਹੁੰਦਾ ਹੈ, ਉਸ ਨੂੰ ਤੱਤ ਦੀ ਸੰਯੋਜਕਤਾ ਜਾਂ ਸੰਯੋਜਨ ਸ਼ਕਤੀ ਕਿਹਾ ਜਾਂਦਾ ਹੈ। ਜਿਵੇਂ ਹਾਈਡਰੋਜਨ ਨੂੰ ਸਥਿਰ ਹੋਣ ਲਈ 1 ਇਲੈਕਟ੍ਰੋਨ ਚਾਹੀਦਾ ਹੈ ਅਤੇ ਆਕਸੀਜਨ ਨੂੰ ਅਸ਼ਟਕ ਬਣਾਉਣ ਲਈ 2 ਇਲੈਕਟ੍ਰੋਨ ਚਾਹੀਦੇ ਹਨ। ਇਸ ਲਈ ਹਾਈਡਰੋਜਨ ਦੀ ਸੰਯੋਜਕਤਾ 1 ਹੈ ਅਤੇ ਆਕਸੀਜਨ ਦੀ ਸੰਯੋਜਕਤਾ 2 ਹੁੰਦੀ ਹੈ। ਕੀ ਤੁਸੀਂ ਮੈਗਨੀਸ਼ੀਅਮ ਦੀ ਸੰਯੋਜਕਤਾ ਦੱਸ ਸਕਦੇ ਹੋ? ਮੈਗਨੀਸ਼ੀਅਮ ਵਿੱਚ 12 ਇਲੈਕਟ੍ਰੋਨ ਹੁੰਦੇ ਹਨ ਅਤੇ ਇਸ ਦੀ ਇਲੈਕਟ੍ਰੋਨ ਵਿਵਸਥਾ 2, 8, 2 ਹੁੰਦੀ ਹੈ। ਇਸ ਦਾ ਮਤਲਬ ਮੈਗਨੀਸ਼ੀਅਮ ਨੂੰ ਅਸ਼ਟਕ ਬਣਾਉਣ ਲਈ 6 ਇਲੈਕਟ੍ਰੋਨ ਚਾਹੀਦੇ ਹਨ। ਪਰ ਕੋਈ ਵੀ ਤੱਤ ਇੰਨੇ ਇਲੈਕਟ੍ਰੋਨ ਨਹੀਂ ਦਿੰਦਾ। ਇਸ ਲਈ ਮੈਗਨੀਸ਼ੀਅਮ 6 ਇਲੈਕਟ੍ਰੋਨ ਲੈਣ ਦੀ ਥਾਂ ਬਾਹਰੀ ਸੈੱਲ ਦੇ 2 ਇਲੈਕਟ੍ਰੋਨ ਦੇ ਦਿੰਦਾ ਹੈ, ਜਿਸ ਨਾਲ ਉਸ ਦੀ ਨਵੀਂ ਇਲੈਕਟ੍ਰੋਨ ਵਿਵਸਥਾ 2, 8 ਬਣ ਜਾਂਦੀ ਹੈ, ਜੋ ਕਿ ਸਥਿਰ ਹੈ। ਸੋ ਬੱਚਿਓ, ਇਸ ਤਰ੍ਹਾਂ ਹਰੇਕ ਤੱਤ ਦੇ ਪਰਮਾਣੂ ਦੀ ਇੱਕ ਨਿਸ਼ਚਿਤ ਸੰਯੋਜਨ ਸ਼ਕਤੀ ਹੁੰਦੀ ਹੈ, ਜਿਸ ਨੂੰ ਸੰਯੋਜਕਤਾ ਕਹਿੰਦੇ ਹਨ।